14 ਤਰੀਕ ਮਾਰਚ ਤੋਂ ਲੈ ਕੇ 20 ਮਾਰਚ ਤੱਕ ਅਸੀਂ ਲਾਹੌਰ 'ਚ ਸਾਂ। ਮੇਰੀ ਜੀਵਨ ਸਾਥਣ ਜਸਵਿੰਦਰ ਵੀ ਮੇਰੇ ਨਾਲ ਸੀ। ਪਰ ਜਿਹੜੀ ਗੱਲ ਨੇ ਮੈਨੂੰ ਬਹੁਤ ਬੇਚੈਨ ਕੀਤਾ, ਬੇਆਰਾਮ ਕੀਤਾ, ਉਹ ਘਟਨਾ ਸੀ ਜਿਹੜੀ ਮੇਰੀ ਸਰਦਾਰਨੀ ਨੇ ਸੁਣਾਈ ਗੱਲ। ਉਹ ਆਪਣੀ ਦਾਦੀ ਦੀ ਗੱਲ ਸੁਣਾਉਂਦੀ ਸੀ। ਕਹਿੰਦੇ ਧਾਰਾਂ ਚੋ ਕੇ ਤੇ ਬਾਲਟੀ 'ਚ ਦੁੱਧ ਢੱਕ ਕੇ ਅਸੀਂ ਤੁਰ ਪਏ, ਇਸ ਆਸ ਨਾਲ ਕਿ ਹੋਰ ਕੁਝ ਘੰਟਿਆਂ ਤੱਕ ਪਰਤ ਆਵਾਂਗੇ ਤੇ ਆ ਕੇ ਦੁੱਧ ਤੱਤਾ ਕਰ ਲਵਾਂਗੇ। ਪਰ ਦਿਨ ਅੱਜ ਤੱਕ ਨਹੀਂ ਆਇਆ। ਮੇਰੀ ਜੀਵਨ ਸਾਥਣ ਕਹਿੰਦੀ ਜਦੋਂ ਵੀ ਮੈਂ ਪਾਕਿਸਤਾਨ ਆਉਂਦੀ ਹਾਂ, ਲਾਹੌਰ ਆਉਂਦੀ ਹਾਂ, ਤਾਂ ਮੈਨੂੰ ਇੰਝ ਲੱਗਦਾ ਕਿ ਜਿਵੇਂ ਉਹ ਬਾਲਟੀ ਵਾਲਾ ਦੁੱਧ ਜੇ ਰਹਿੰਦਾ ਥੋੜ੍ਹਾ ਜਿਹਾ ਪੀਣ ਵਾਲਾ ਮੇਰਾ, ਅਤੇ ਮੈਂ ਉਹ ਪੀਣ ਆਉਂਦੀ ਹਾਂ। ਇਹ ਦਰਦਾਂ ਦੇ ਜਿਹੜੇ ਸਾਖ ਨੇ, ਮੇਰਾ ਖਿਆਲ ਹੈ ਕਿ ਇਹ ਜਨਰੇਸ਼ਨਸ ਤੱਕ ਨਾਲ ਜਾਣਗੇ। ਔਰ ਇਹ ਪੀੜਾ ਦੇ ਜਿਹੜੇ ਗੀਤ ਨੇ, ਰੁਦਨ ਦੇ ਗੀਤ ਨੇ, ਉਹ ਸਾਡੇ ਸਾਹਾਂ ਸਵਾਸਾਂ 'ਚ ਇੰਨੇ ਡੂੰਘੇ ਰਮੇ ਹੋਏ ਨੇ ਕਿ ਅਸੀਂ ਇਹਨਾਂ ਤੋਂ ਮੁਕਤੀ ਥੋੜ੍ਹੀ ਕੀਤੀ। ਮੇਰੇ ਵੱਡੇ ਭੂਆ ਜੀ ਗੁਜਰਾਂਵਾਲੇ ਜ਼ਿਲ੍ਹੇ ਦੇ ਵਿੱਚ ਪਿੰਡ ਲੱਦੇਵਾਲਾ ਵੜੈਚ 'ਚ ਰਹਿੰਦੇ ਸਨ। 47 ਦੇ ਉਜਾੜੇ ਵੇਲੇ ਮੇਰੇ ਫੁੱਫੜ ਜੀ ਕੈਪਟਨ ਭਾਗ ਸਿੰਘ ਦਾ ਕਤਲ ਹੋ ਗਿਆ। ਔਰ ਜਦੋਂ ਕਾਫਲੇ ਦੇ ਰੂਪ ਦੇ ਵਿੱਚ ਪਰਿਵਾਰ ਦੇ ਜੀ ਆ ਰਹੇ ਸੀ ਤਾਂ ਉਹਨਾਂ ਦੇ ਇੱਕ ਪੁੱਤਰ ਅਨੂਪ ਨੂੰ ਬਲਵਾਕਾਰੀਆਂ ਨੇ ਬਰਸ਼ੀ ਮਾਰ ਕੇ ਮਾਰ ਦਿੱਤਾ। ਮੇਰੇ ਭੂਆ ਜੀ ਦੇ ਕੋਲ ਸਿਰਫ ਉਸ ਵਕਤ ਸਿਰ 'ਤੇ ਚੁੰਨੀ ਸੀ ਜਿਹੜੀ ਕੱਪੜਾ ਉਸ ਨੂੰ ਕਫਨ ਦੇ ਰੂਪ ਦੇ ਸਕਦੇ ਸੀ। ਉਹਨਾਂ ਨੇ ਪੁੱਤਰ ਦੀ ਲਾਸ਼ 'ਤੇ ਪਾ ਕੇ ਆਖਿਆ, ਪੁੱਤਰ ਮੇਰੇ ਕੋਲ ਇਹੋ ਹੀ ਕੁਛ ਹੈ ਇਸ ਵੇਲੇ ਤੇਰੇ ਵਾਸਤੇ, ਹੋਰ ਕੁਝ ਨਹੀਂ ਤੇਰੇ ਵਾਸਤੇ। ਅਤੇ ਮੈਂ ਇੱਕ ਗਜ਼ਲ ਦੇ ਸ਼ੇਰ 'ਚ ਗੱਲ ਨੂੰ ਇਸ ਤਰ੍ਹਾਂ ਦਰਦ ਨੂੰ ਲਿਖਿਆ ਕਿ ਸਿਰ ਦੀ ਚੁੰਨੀ ਲਾਸ਼ ਪੁੱਤਰ ਦੇ ਪਾ ਕੇ ਤੁਰੀ, ਸਿਰ ਦੀ ਚੁੰਨੀ ਲਾਸ਼ ਪੁੱਤਰ ਦੀ ਤੇ ਪਾ ਅੱਗੇ ਤੁਰੀ, ਇਸ ਤੋਂ ਵੱਧ ਕੇ ਭਲਾ ਹੋਵੇਗਾ ਕਿਹੜਾ ਕਰਬਲਾ। ਅਖੀਰ ਜਦੋਂ 47 ਤੋਂ ਬਾਅਦ ਮੁੜ ਵਸੇਬਾ ਹੋਇਆ, ਸਾਡੇ ਸਾਰੇ ਪਰਿਵਾਰਾਂ ਨੇ ਬਹੁਤ ਤਰੱਕੀ ਕੀਤੀ। ਮੇਰੇ ਦੋਵੇਂ ਵੱਡੇ ਵੀਰ ਪ੍ਰਿੰਸੀਪਲ ਰਿਟਾਇਰ ਹੋਏ ਨੇ, ਭੈਣ ਪ੍ਰਿੰਸੀਪਲ ਰਿਟਾਇਰ ਹੋਈ। ਮੇਰੇ ਬਾਕੀ ਸਾਰੇ ਜੀਆ ਜੰਤ ਦੇ ਵਿੱਚ ਵੀ ਐਜੂਕੇਸ਼ਨ ਦਾ ਬੜਾ ਬੋਲਬਾਲਾ ਰਿਹਾ। ਅਤੇ ਮੈਂ ਸ਼ੇਰ ਲਿਖਿਆ ਕਿ ਕਸਰ ਤੂੰ ਛੱਡੀ ਨਾ ਕੋਈ ਅੱਗ ਲਾ ਕੇ ਆ ਹਵਾ, ਫੇਰ ਵੀ ਤੂੰ ਵੇਖ ਕਿੱਦਾਂ ਝੂਮਦਾ ਜੰਗਲ ਹਰਾ। ਮੇਰੇ ਵੱਡੇ ਵਡੇਰੇ 1947 ਦੇ ਵਿੱਚ ਨਾਰੋਵਾਲ ਜ਼ਿਲ੍ਹੇ ਦੇ ਪਿੰਡ ਨਿੱਦੋਕੇ 'ਚੋਂ ਇੱਧਰ ਉੱਜੜ ਕੇ ਆਏ ਸੀ, ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਬਸੰਤਕੋਟ ਦੇ ਵਿੱਚ। ਜਿਹੜੀਆਂ ਦਰਦਨਾਕ ਕਹਾਣੀਆਂ ਉਹਨਾਂ ਦੇ ਮੂੰਹੋਂ ਸੁਣੀਆਂ, ਹੁਣ ਵੀ ਜਦੋਂ ਚੇਤੇ ਕਰੀਦਾ ਤਾਂ ਲੂੰ ਕੰਢੇ ਖੜੇ ਹੁੰਦੇ ਆ। ਮੈਨੂੰ ਅਕਸਰ ਮੇਰੇ ਸਤਿਕਾਰਯੋਗ ਬਾਪੂ ਜੀ ਵੀ ਦੱਸਦੇ ਹੁੰਦੇ ਸੀ ਕਿ ਕਿਵੇਂ ਰਾਵੀ ਦਰਿਆ ਦੇ ਵਿੱਚ ਹੜ੍ਹ ਆਇਆ ਹੋਇਆ ਸੀ ਉਹਨਾਂ ਦਿਨਾਂ ਦੇ ਵਿੱਚ ਭਾਰੀ ਬਰਸਾਤਾਂ ਕਰਕੇ, ਅਤੇ ਕਿਵੇਂ ਕੋਲ ਸਿਰਫ ਇੱਕ ਛੰਨਾ ਸੀ, ਇੱਕ ਪੌਣਾ ਸੀ ਅਤੇ ਇੱਕ ਵਿੱਚ ਰੋਟੀ ਸੀ, ਜਿਹੜੀ ਇਸ ਵਾਸਤੇ ਰੱਖੀ ਗਈ ਸੀ ਕਿ ਮੇਰੇ ਤੋਂ ਵੱਡੇ ਭਾਈ ਸਾਹਿਬ ਜਿਹੜੇ ਨੇ ਉਸ ਵਕਤ 3.5 ਸਾਲ ਦੇ ਸੀ, ਮੇਰੀ ਮਾਂ ਉਹਨਾਂ ਨੂੰ ਭਿਉਂ ਕੇ ਪਾਣੀ 'ਚ ਅਤੇ ਖਵਾ ਸਕੇਗੀ ਜਦੋਂ ਭੁੱਖ ਲੱਗੇਗੀ। ਭੈਣ 8 ਸਾਲ ਦੀ ਸੀ। ਹੋਇਆ ਕੀ ਕਿ ਕੁੱਤੇ ਵੀ ਭੁੱਖੇ ਸੀ। ਇੱਕ ਦਿਨ ਰਾਤ ਨੂੰ ਸੁੱਤੇ ਪਿਆ, ਸਿਰਹਾਣੇ ਪਿਆ ਛੰਨਾ, ਪੌਣਾ ਅਤੇ ਰੋਟੀ, ਕੁੱਤਾ ਲੈ ਗਿਆ। ਭੁੱਖਣ ਭਾਣਾ ਟੱਬਰ ਸਹਿਕਦਾ ਰਿਹਾ। ਨਿੱਕੀ ਜਿਹੀ ਉਮਰ ਦੇ ਬਾਲ ਨੂੰ ਕਿਵੇਂ ਵਰਾਉਂਦੇ। ਉਹ ਪੀੜ ਹੁਣ ਤੱਕ ਵੀ ਮੈਨੂੰ ਸੌਣ ਨਹੀਂ ਦਿੰਦੀ, ਜਦ ਕਿ ਮੈਂ ਭਾਵੇਂ 1953 ਜੰਮਿਆ, ਬਾਅਦ ਵਿੱਚ ਜੰਮਿਆ। ਅਤੇ ਮੈਂ ਉਦੋਂ ਲਿਖੀ ਸੀ ਗਜ਼ਲ ਕਿ ਜ਼ਿੰਦਗੀ ਕਿਸ ਦੋਸ਼ ਬਦਲੇ ਦੇ ਗਈ ਕਰੜੀ ਸਜ਼ਾ, ਪਹਿਲਾਂ ਵਾਹ ਨੇ ਟਾਹਣ ਤੋੜੇ ਫਿਰ ਜੜ੍ਹਾਂ ਤੋਂ ਪੁੱਟਿਆ। ਮੇਰੀ ਮਾਂ ਭੁੱਲਦੀ ਨਹੀਂ ਅੱਧੀ ਸਦੀ ਪਹਿਲਾਂ ਦੀ ਬਾਤ, ਇੱਕ ਛੰਨਾ ਪੌਣੇ ਬੱਦੀ ਰੋਟੀ ਕੁੱਤਾ ਲੈ ਗਿਆ, ਰੋਟੀ ਕੁੱਤਾ ਲੈ ਗਿਆ।